ਇੱਕ ਪੁੱਤ ਆਪਣੀ ਬਿਮਾਰ ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਦੁਬਈ ਚਲਾ ਗਿਆ ਤੇ ਜਦੋਂ 6 ਮਹੀਨੇ ਬਾਅਦ ਵਾਪਸ ਆਇਆ ਤਾਂ ਉਸ ਦੇ ਤਾਂ ਹੋਸ਼ ਉੱਡ ਗਏ। ਰੇਖਾ ਜੀ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਰਹਿੰਦੀ ਸੀ। ਘਰ ਵਿੱਚ ਉਸ ਦਾ ਮੁੰਡਾ ਰੋਹਨ ਤੇ ਨੂੰਹ ਸੀਮਾ ਸੀ। ਰੇਖਾ ਜੀ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਸੀ। ਇਹ ਸਭ ਐਕਸੀਡੈਂਟ ਦੇ ਨਾਲ ਹੋਇਆ ਸੀ। ਰੇਖਾ ਜੀ ਦਾ ਘਰ ਵਾਲਾ ਪੋਸਟਮੈਨ ਸੀ। ਉਹਨਾਂ ਦੇ ਛੋਟੀ ਉਮਰ ਵਿੱਚ ਜਾਣ ਕਰਕੇ ਉਹਨਾਂ ਦੀ ਨੌਕਰੀ ਰੇਖਾ ਜੀ ਨੂੰ ਮਿਲ ਗਈ ਸੀ। ਕਿਉਂਕਿ ਰੋਹਨ ਉਸ ਸਮੇਂ 5 ਸਾਲ ਦਾ ਸੀ। ਰੇਖਾ ਜੀ ਦੀ ਸੱਸ ਤੇ ਰੇਖਾ ਜੀ ਨੇ ਮਿਲ ਕੇ ਰੋਹਨ ਦਾ ਪਾਲਣ ਪੋਸ਼ਣ ਕੀਤਾ। ਰੋਹਨ ਹਮੇਸ਼ਾ ਆਪਣੇ ਪਿਓ ਨੂੰ ਯਾਦ ਕਰਕੇ ਬਹੁਤ ਰੋਇਆ ਕਰਦਾ ਸੀ। ਬੁੜੀ ਦਾਦੀ ਉਸ ਦਾ ਬਹੁਤ ਧਿਆਨ ਕਰਦੀ। ਇੱਕ ਦਿਨ ਰੇਖਾ ਦੀ ਸੱਸ ਨੇ ਕਿਹਾ ਕਿ ਤੇਰੀ ਹਾਲੇ ਉਮਰ ਹੀ ਕੀ ਹੈ, ਤੂੰ ਵਿਆਹ ਕਰਵਾ ਲੈ। ਪਰ ਰੇਖਾ ਜੀ ਨੇ ਕਿਹਾ ਕਿ ਨਹੀਂ, ਤੁਸੀਂ ਹੋ, ਰੋਹਨ ਹੈ, ਸਭ ਠੀਕ ਹੈ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰੇਖਾ ਦੀ ਸੱਸ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸੀ। ਹੁਣ ਰੋਹਨ ਤੇ ਰੇਖਾ ਦੋਨੋਂ ਮਾਂ ਪੁੱਤ ਹੀ ਉਸ ਘਰ ਵਿੱਚ ਰਹਿੰਦੇ ਸਨ। ਉਂਝ ਤਾਂ ਰੇਖਾ ਦੇ 2 ਜੇਠ ਵੀ ਸੀ, ਪਰ ਉਹ ਪਹਿਲਾਂ ਹੀ ਅਲੱਗ ਹੋ ਗਏ ਸਨ। ਘਰ ਵਾਲਾ ਪਹਿਲਾਂ ਹੀ ਸਾਥ ਛੱਡ ਗਿਆ ਸੀ ਤੇ ਰੇਖਾ ਦੀ ਸੱਸ ਦਾ ਉਸ ਨੂੰ ਆਖਰੀ ਸਹਾਰਾ ਸੀ ਤੇ ਉਹ ਵੀ ਚਲੀ ਗਈ। ਹੁਣ ਉਸ ਨੂੰ ਰੋਹਨ ਦਾ ਧਿਆਨ ਰੱਖਣਾ ਬਹੁਤ ਔਖਾ ਹੁੰਦਾ ਸੀ। ਪਹਿਲਾਂ ਰੋਹਨ ਨੂੰ ਸਕੂਲੇ ਛੱਡ ਕੇ ਆਉਂਦੀ, ਫਿਰ ਆਪਣੇ ਕੰਮ ਡਾਕਖਾਨੇ ਜਾਂਦੀ ਤੇ ਉੱਥੋਂ ਵਾਪਸ ਆ ਕੇ ਰੋਹਨ ਨਾਲ ਸਮਾਂ ਬਤੀਤ ਕਰਦੀ। ਰੇਖਾ ਦੇ ਪੜੋਸੀ ਚੰਗੇ ਸੀ। ਜੇਕਰ ਉਸ ਨੂੰ ਦੇਰ ਹੋ ਜਾਂਦੀ ਤਾਂ ਬੱਚੇ ਦਾ ਧਿਆਨ ਰੱਖਦੇ ਤੇ ਉਸ ਨੂੰ ਰੋਟੀ ਖਵਾ ਦਿਆ ਕਰਦੇ। ਰੇਖਾ ਨੂੰ ਉਸ ਦੇ ਭਾਈ ਤੇ ਭਾਬੀ ਨੇ ਵਿਆਹ ਦਾ ਸੁਝਾਅ ਦਿੱਤਾ। ਜਿਸ ਗੱਲ ਲਈ ਉਹ ਹਮੇਸ਼ਾ ਮਨਾ ਕਰਦੀ ਸੀ, ਅੱਜ ਉਸ ਨੂੰ ਇਹ ਗੱਲ ਠੀਕ ਲੱਗ ਰਹੀ ਸੀ, ਕਿਉਂਕਿ ਰੋਹਨ ਲਈ ਉਸ ਦੇ ਸਿਰ ਤੇ ਪਿਓ ਦਾ ਹੋਣਾ ਵੀ ਜ਼ਰੂਰੀ ਸੀ। ਉਸ ਦੇ ਭਾਈ ਨੇ ਇੱਕ ਨੇਕ ਮੁੰਡਾ ਲੱਭਿਆ ਅਤੇ ਉਸ ਨੂੰ ਵਿਆਹ ਲਈ ਕਿਹਾ। ਪਰ ਜਿਸ ਦਿਨ ਉਸ ਨੂੰ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਸੀ, ਉਸ ਦਿਨ ਰੇਖਾ ਨੂੰ ਆਫਿਸ ਵਿੱਚ ਕਿਸੇ ਨੇ ਦੱਸਿਆ ਕਿ ਉਸ ਦੀ ਇੱਕ ਰਿਸ਼ਤੇਦਾਰ ਦਾ ਵਿਆਹ ਵੀ ਇੱਦਾਂ ਹੀ ਹੋਇਆ। ਉਹ ਆਦਮੀ ਘਰਵਾਲੀ ਨਾਲ ਤਾਂ ਠੀਕ ਰਹਿੰਦਾ ਸੀ, ਪਰ ਬੱਚੇ ਦਾ ਕਦੀ ਵੀ ਪਿਆਰ ਨਹੀਂ ਸੀ ਕਰਦਾ। ਉਸ ਨੂੰ ਹਮੇਸ਼ਾ ਮਾਰਦਾ ਸੀ, ਘਰਵਾਲੀ ਦੇ ਸਾਹਮਣੇ ਨਾਟਕ ਕਰਦਾ ਸੀ ਤੇ ਬੱਚੇ ਨਾਲ ਹਮੇਸ਼ਾ ਬੁਰਾ ਸਲੂਕ ਕਰਦਾ ਸੀ। ਇਹ ਗੱਲ ਸੁਣ ਕੇ ਰੇਖਾ ਡਰ ਗਈ ਤੇ ਉਸਨੇ ਵਿਆਹ ਤੋਂ ਨਾ ਕਰ ਦਿੱਤੀ। ਉਹ ਆਪਣੇ ਘਰਵਾਲੇ ਨੂੰ ਖੋ ਚੁੱਕੀ ਸੀ, ਪਰ ਹੁਣ ਆਪਣੇ ਪੁੱਤ ਨੂੰ ਨਹੀਂ ਖੋਣਾ ਚਾਹੁੰਦੀ ਸੀ। ਰੇਖਾ ਨੇ ਫੈਸਲਾ ਲਿਆ ਕਿ ਉਹ ਵਿਆਹ ਨਹੀਂ ਕਰਵਾਵੇਗੀ। ਉਸ ਦੀ ਬਦਲੀ ਹੋ ਗਈ ਤੇ ਉਹ ਦਿੱਲੀ ਆ ਗਈ। ਉਸ ਨੇ ਆਪਣਾ ਪਿੰਡ ਵਾਲਾ ਘਰ ਵੇਚ ਦਿੱਤਾ ਤੇ ਮਾਂ ਪੁੱਤ ਰਹਿਣ ਲੱਗੇ। ਹੌਲੀ-ਹੌਲੀ ਰੋਹਨ ਵੱਡਾ ਹੋ ਗਿਆ ਸੀ। ਹੌਲੀ-ਹੌਲੀ ਰੋਹਨ ਵੱਡਾ ਹੋਇਆ ਤਾਂ ਪੜ੍ਹ ਲਿਖ ਕੇ ਨੌਕਰੀ ਕਰਨ ਲੱਗਾ। ਫਿਰ ਉਸ ਨੂੰ ਆਪਣੇ ਦਫ਼ਤਰ ਵਿੱਚ ਨੌਕਰੀ ਕਰਦੀ ਇੱਕ ਸਲੋਨੀ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ। ਉਸ ਨੇ ਇਹ ਗੱਲ ਆਪਣੀ ਮਾਂ ਰੇਖਾ ਨੂੰ ਦੱਸੀ। ਰੇਖਾ ਨੇ ਹਾਂ ਕਰ ਦਿੱਤੀ। ਫਿਰ ਰੇਖਾ ਨੇ ਉਹਨਾਂ ਦਾ ਵਿਆਹ ਵੀ ਕਰ ਦਿੱਤਾ। ਹੁਣ ਘਰ ਉਸ ਦੀ ਨੂੰਹ ਸਲੋਨੀ ਆ ਗਈ ਸੀ, ਪਰ ਉਹ ਥੋੜ੍ਹੀ ਨਾਂਹ ਨੁੱਕਰ ਕਰਨ ਵਾਲੀ ਸੀ। ਹਰ ਗੱਲ ਤੇ ਬੁੜਬੁੜ ਕਰਨਾ ਉਸ ਦੀ ਆਦਤ ਸੀ, ਪਰ ਰੋਹਨ ਉਸ ਨੂੰ ਬਹੁਤ ਪਿਆਰ ਕਰਦਾ ਸੀ। ਰੇਖਾ ਸੋਚਦੀ, ਚਲੋ ਨਿਆਣੀ ਹੈ, ਹੌਲੀ-ਹੌਲੀ ਆਪੇ ਸਮਝ ਜਾਊਗੀ, ਤੇ ਸੋਚਦੀ ਜਿੰਨੀ ਦੇਰ ਮੇਰੇ ਹੱਥ ਪੈਰ ਚੱਲਦੇ ਨੇ ਉਨੀ ਦੇਰ ਮੈਂ ਆਪੇ ਕੰਮ ਕਰ ਲੈਂਦੀ ਹਾਂ। ਰਹੀ ਇਸ ਦੀ ਜ਼ਿੰਦਗੀ, ਇਹਨੇ ਆਪ ਜੀਣੀ ਹੈ, ਮੈਂ ਕੀ ਲੈਣਾ। ਸਭ ਠੀਕ ਚੱਲ ਰਿਹਾ ਸੀ, ਪਰ ਜਿਵੇਂ ਉਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ, ਇੱਦਾਂ ਹੀ ਹੋਇਆ ਸੀ। ਇੱਕ ਦਿਨ ਸਲੋਨੀ ਬਾਥਰੂਮ ਵਿੱਚ ਕੱਪੜੇ ਧੋਂਦੇ ਹੋਏ ਅਤੇ ਸਾਬਣ ਉੱਥੇ ਹੀ ਰਹਿਣ ਦਿੱਤਾ ਤੇ ਉਹ ਭੁੱਲ ਗਈ ਤੇ ਕੁਝ ਹੋਰ ਕਰਨ ਲੱਗੀ। ਇੰਨੇ ਨੂੰ ਰੇਖਾ, ਉਸ ਦੀ ਸੱਸ, ਨਹਾਉਣ ਲਈ ਬਾਥਰੂਮ ਵਿੱਚ ਗਈ। ਕਿਉਂਕਿ ਬਾਥਰੂਮ ਗਿੱਲਾ ਸੀ, ਇਸ ਲਈ ਸਾਬਣ ਗਿੱਲਾ ਹੋ ਕੇ ਫੈਲ ਗਿਆ ਤੇ ਰੇਖਾ ਜੀ ਫਿਸਲ ਗਈ ਤੇ ਉਹ ਬੇਹੋਸ਼ ਹੋ ਗਈ। ਰੋਹਨ ਤੇ ਸਲੋਨੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਉਹ 3 ਦਿਨ ਬੇਹੋਸ਼ ਰਹੀ। ਫਿਰ ਜਦੋਂ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਅਧਰੰਗ ਹੋ ਗਿਆ ਹੈ ਅਤੇ ਉਹ ਕੁਝ ਨਹੀਂ ਬੋਲ ਸਕਦੀ ਸੀ। ਉਹ ਆਪਣਾ ਇੱਕ ਹੱਥ ਤੇ ਇੱਕ ਪੈਰ ਵੀ ਨਹੀਂ ਹਿਲਾ ਸਕਦੀ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਰਹੇ ਸਨ। ਰੋਹਨ ਨੇ ਦਿਲਾਸਾ ਦਿੰਦੇ ਕਿਹਾ, ਮਾਂ ਰੋਵੋ ਨਾ, ਅਸੀਂ ਤੁਹਾਡੀ ਸੇਵਾ ਕਰਾਂਗੇ। ਪੁੱਤ ਨੇ ਵਾਅਦਾ ਤਾਂ ਕੀਤਾ ਸੀ। ਪਰ ਫਿਰ ਰੇਖਾ ਜੀ ਨੂੰ ਹਸਪਤਾਲ ਤੋਂ ਘਰ ਲੈ ਕੇ ਆਏ। ਰੋਹਨ ਤੇ ਸਲੋਨੀ ਉਹਨਾਂ ਦੀ ਸੇਵਾ ਕਰਦੇ, ਪਰ ਕਹਿੰਦੇ ਨੇ ਕਿ ਕਿਸੇ ਦੀ ਸੇਵਾ ਕੋਈ 2-4 ਦਿਨ ਕਰ ਦੇਵੂ, ਫਿਰ ਅੱਕਣ ਲੱਗ ਜਾਂਦਾ ਹੈ। ਸਲੋਨੀ ਆਪਣੀ ਸੱਸ ਦੀ ਸੇਵਾ ਕਰਦੀ ਅੱਕ ਗਈ। ਉਸ ਨੂੰ ਆਪਣੀ ਸੱਸ ਨੂੰ ਦੇਖ ਕੇ ਉਲਟੀ ਆਉਣ ਵਾਲੀ ਹੋ ਜਾਂਦੀ ਸੀ। ਉਸ ਨੇ ਸਾਰੀ ਜ਼ਿੰਮੇਵਾਰੀ ਆਪਣੇ ਨੌਕਰ ਤੇ ਪਾ ਦਿੱਤੀ, ਪਰ ਨੌਕਰ ਵੀ ਕੀ ਕਰਦਾ, ਉਸ ਤੋਂ ਜਿੰਨਾ ਹੁੰਦਾ ਓਨਾ ਹੀ ਕਰਦਾ। ਉਸ ਨੂੰ ਘਰ ਦੇ ਬਾਕੀ ਕੰਮ ਵੀ ਤਾਂ ਕਰਨੇ ਪੈਂਦੇ ਸਨ, ਨਹੀਂ ਤਾਂ ਸਲੋਨੀ ਉਹਨੂੰ ਬੋਲਦੀ ਸੀ। ਫਿਰ ਸ਼ਾਮ ਨੂੰ ਰੋਹਨ ਆਉਂਦਾ ਤਾਂ ਉਸ ਨੂੰ ਬਾਰ-ਬਾਰ ਤੇਰੀ ਮਾਂ ਕਹਿੰਦੀ ਤੇ ਉਹ ਵੀ ਬਹੁਤ ਦੁਖੀ ਹੋ ਜਾਂਦਾ। ਉਹ ਵੀ ਅੱਕ ਗਿਆ ਸੀ ਆਪਣੀ ਮਾਂ ਦੀ ਸੇਵਾ ਤੋਂ। ਉਸ ਨੂੰ ਆਪਣੀ ਮਾਂ ਬੋਝ ਲੱਗਣ ਲੱਗੀ ਸੀ। ਹੁਣ ਰੇਖਾ ਉਹਨਾਂ ਨੂੰ ਘਰ ਵਿੱਚ ਪਿਆ ਉਹ ਕੂੜਾ ਲੱਗਦੀ ਸੀ ਜਿਸ ਤੋਂ ਹਰ ਇੱਕ ਨੂੰ ਮੁਸ਼ਕ ਆਉਂਦਾ ਹੈ ਤੇ ਉਸ ਕੂੜੇ ਵਾਂਗ ਹੁੰਦਾ ਹੈ ਜਿਸ ਨੂੰ ਘਰੋਂ ਬਾਹਰ ਕੱਢ ਦਿੰਦੇ ਹਾਂ। ਇੱਕ ਦਿਨ ਜਦੋਂ ਸਲੋਨੀ ਦੇ ਜਨਮ ਦਿਨ ਤੇ ਮਹਿਮਾਨ ਘਰ ਆਏ, ਰੇਖਾ ਜੀ ਨੂੰ ਵੀਲਚੇਅਰ ਤੇ ਬਿਠਾ ਦਿੱਤਾ ਗਿਆ। ਸਭ ਖੁਸ਼ ਸੀ, ਪਾਰਟੀ ਚੱਲ ਰਹੀ ਸੀ, ਬਹੁਤ ਤਰ੍ਹਾਂ ਦਾ ਖਾਣਾ ਬਣਿਆ ਸੀ। ਰੇਖਾ ਜੀ ਦੇ ਮੂੰਹ ਨੂੰ ਦੇਖ ਕੇ ਲੱਗ ਰਿਹਾ ਸੀ
ਕਿ ਉਹ ਕੁਝ ਕਹਿਣਾ ਚਾਹੁੰਦੀ ਹੈ, ਪਰ ਕਿਸੇ ਨੇ ਧਿਆਨ ਨਾ ਦਿੱਤਾ। ਪਰ ਫਿਰ ਅਚਾਨਕ ਉੱਥੇ ਬਦਬੂ ਆਉਣ ਲੱਗ ਪਈ। ਸਲੋਨੀ ਨੇ ਜਦੋਂ ਦੇਖਿਆ ਤਾਂ ਰੇਖਾ ਜੀ ਨੇ ਮਲ ਵਿੱਚੇ ਹੀ ਕਰ ਦਿੱਤਾ ਸੀ। ਉਹ ਅੱਖਾਂ ਨੀਚੇ ਕਰਕੇ ਰੋਈ ਜਾ ਰਹੀ ਸੀ, ਪਰ ਸਲੋਨੀ ਨੂੰ ਤਰਸ ਨਾ ਆਇਆ। ਫਿਰ ਉਸ ਨੇ ਇੱਕ ਥੱਪੜ ਰੇਖਾ ਜੀ ਦੇ ਮੂੰਹ ਤੇ ਮਾਰਿਆ ਤੇ ਉਹਨਾਂ ਨੂੰ ਘਸੀਟ ਕੇ ਬਾਥਰੂਮ ਵਿੱਚ ਲੈ ਕੇ ਗਈ ਤੇ ਉੱਥੇ ਰੇਖਾ ਜੀ ਗਿਰ ਗਈ। ਫਿਰ ਸਲੋਨੀ ਨੇ ਨੌਕਰ ਨੂੰ ਕਿਹਾ ਕਿ ਤੂੰ ਗੰਦਗੀ ਸਾਫ਼ ਕਰ ਦੇ ਤੇ ਆਪਣੇ ਕਮਰੇ ਵਿੱਚ ਜਾ ਕੇ ਬੋਲਣ ਲੱਗੀ ਕਿ ਇਸ ਘਰ ਵਿੱਚ ਤੁਸੀਂ ਖੁਸ਼ੀਆਂ ਨਹੀਂ ਮਨਾ ਸਕਦੇ। ਇਸ ਬੁੱਢੀ ਔਰਤ ਨੇ ਗੰਦ ਪਾਇਆ ਹੈ। ਇੰਨੇ ਨੂੰ ਰੋਹਨ ਵੀ ਆ ਗਿਆ। ਉਹ ਵੀ ਆਪਣੀ ਮਾਂ ਤੋਂ ਬਹੁਤ ਦੁਖੀ ਸੀ। ਉਸ ਨੇ ਅੰਦਰ ਆ ਕੇ ਬਹੁਤ ਕੁਝ ਆਪਣੀ ਮਾਂ ਨੂੰ ਬੋਲਿਆ ਤੇ ਵੱਧ ਘੱਟ ਗੱਲਾਂ ਕਹੀਆਂ। ਜਦੋਂ ਕਿ ਨੌਕਰ ਨੇ ਰੇਖਾ ਜੀ ਨੂੰ ਨਵਾ ਕੇ ਸਾਫ਼ ਸੁਥਰੇ ਕੱਪੜੇ ਪਾਏ, ਵੀਲ ਚੇਅਰ ਤੇ ਸਾਫ਼ ਕੀਤੀ, ਫਿਰ ਰੋਟੀ ਖਵਾਈ। ਆਪਣੇ ਪੁੱਤ ਨਾਲ ਉਹਦਾ ਨੌਕਰ ਚੰਗਾ ਸੀ, ਜੋ ਇਸ ਕੰਮ ਦੇ ਪੈਸੇ ਤਾਂ ਲੈਂਦਾ ਸੀ ਪਰ ਆਪਣਾ ਕੰਮ ਵਧੀਆ ਕਰਦਾ ਸੀ। ਪਰ ਉਹ ਪੁੱਤ ਜਿਸ ਲਈ ਰੇਖਾ ਨੇ ਆਪਣੀ ਸਾਰੀ ਜ਼ਿੰਦਗੀ ਦੇ ਦਿੱਤੀ ਸੀ, ਉਸ ਲਈ ਕੀ ਨਹੀਂ ਕੀਤਾ। ਉਸ ਨੂੰ ਹਰ ਖੁਸ਼ੀ ਦਿੱਤੀ। ਅੱਜ ਉਹ ਆਪਣੀ ਮਾਂ ਨੂੰ ਘੁੱਟ ਪਾਣੀ ਨਹੀਂ ਸੀ ਪੁੱਛ ਸਕਦਾ। ਪੂਰੇ 4 ਦਿਨ ਘਰ ਦਾ ਮਾਹੌਲ ਸੋਗ ਵਾਲਾ ਸੀ। ਫਿਰ ਅਚਾਨਕ ਰੋਹਨ ਨੂੰ ਵਿਦੇਸ਼ ਤੋਂ ਇੱਕ ਲੈਟਰ ਆਇਆ, ਜਿਸ ਵਿੱਚ ਉਸਨੂੰ ਨੌਕਰੀ ਆਫਰ ਸੀ। ਇਹ ਉਸਨੇ ਕਾਫੀ ਸਮੇਂ ਪਹਿਲਾਂ ਅਪਲਾਈ ਕੀਤਾ ਸੀ। ਹੁਣ ਉਹ ਤੇ ਉਸ ਦੀ ਘਰਵਾਲੀ ਦੋਨੋਂ ਬਹੁਤ ਖੁਸ਼ ਸੀ ਤੇ 10 ਦਿਨਾਂ ਵਿੱਚ ਹੀ ਵੀਜ਼ਾ ਆ ਗਿਆ ਸੀ। ਉਹਨਾਂ ਸਮਾਨ ਪੈਕ ਕੀਤਾ ਅਤੇ ਸਾਰੇ ਕਮਰਿਆਂ ਨੂੰ ਲੋਕ ਲਾ ਕੇ ਰੇਖਾ ਜੀ ਦੇ ਕਮਰੇ ਦੀ ਚਾਬੀ ਨੌਕਰ ਨੂੰ ਦੇ ਦਿੱਤੀ ਅਤੇ ਕਿਹਾ ਕਿ ਮਾਂ ਨੂੰ ਸਮੇਂ ਤੇ ਰੋਟੀ ਖਵਾਈ ਤੇ ਜੇਕਰ ਕੋਈ ਗੱਲ ਹੋਵੇ ਤਾਂ ਧਿਆਨ ਰੱਖੀ, ਤੇਰੇ ਅਕਾਊਂਟ ਵਿੱਚ ਪੈਸੇ ਪਾ ਦਿਆ ਕਰਾਂਗੇ। ਹੁਣ ਨੌਕਰ ਰੇਖਾ ਜੀ ਦੀ ਸੇਵਾ ਕਰਦਾ। ਰੇਖਾ ਜੀ ਵੀ ਬਹੁਤ ਖੁਸ਼ ਸੀ। ਇੱਕ ਦਿਨ ਨੌਕਰ ਨੇ ਦੇਖਿਆ ਕਿ ਆਟਾ ਤੇ ਹੋਰ ਸਮਾਨ ਖਤਮ ਹੈ ਤੇ ਮਾਲਕਣ ਨੂੰ ਰੋਟੀ ਦੇਣੀ ਹੈ। ਉਹ ਰੇਖਾ ਜੀ ਨੂੰ ਕਮਰੇ ਵਿੱਚ ਬੰਦ ਕਰ ਬਾਜ਼ਾਰ ਚਲਾ ਗਿਆ। ਉਹ ਸਮਾਨ ਖਰੀਦ ਕੇ ਵਾਪਸ ਆ ਰਿਹਾ ਸੀ ਕਿ ਉਸ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਲੋਕਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਇਹ ਕੋਮਾ ਵਿੱਚ ਚਲਾ ਗਿਆ ਹੈ ਅਤੇ ਦੂਜੇ ਪਾਸੇ ਰੇਖਾ ਜੀ ਭੁੱਖ ਪਿਆਸ ਨਾਲ ਤੜਫ ਰਹੀ ਸੀ। ਉਸ ਦੀ ਆਵਾਜ਼ ਨਹੀਂ ਨਿਕਲਦੀ ਸੀ ਤੇ ਨਾ ਹੀ ਹੱਥ ਕੰਮ ਕਰਦਾ ਸੀ ਕਿ ਦਰਵਾਜ਼ਾ ਜ਼ੋਰ ਦੀ ਖੜਕਾ ਸਕੇ। ਉਹਨਾਂ ਦੇ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ। ਪੂਰੇ 10 ਦਿਨ ਹੋ ਗਏ ਸਨ। ਰੇਖਾ ਜੀ ਦੀ ਭੁੱਖ ਨਾਲ ਮੌਤ ਹੋ ਗਈ। ਉਧਰ ਰੋਹਨ ਜਦੋਂ ਨੌਕਰ ਨੂੰ ਫੋਨ ਕਰਦਾ ਤਾਂ ਉਹ ਬੰਦ ਆਉਂਦਾ। 6 ਮਹੀਨੇ ਬੀਤ ਗਏ। ਰੋਹਨ ਵਾਪਸ ਆਇਆ ਤਾਂ ਘਰ ਉਸ ਨੂੰ ਸੁਨਸਾਨ ਜਿਹਾ ਲੱਗਾ ਅਤੇ ਫਿਰ ਉਸ ਨੇ ਇੱਕ ਪੱਥਰ ਲੈ ਕੇ ਰੇਖਾ ਜੀ ਦੇ ਕਮਰੇ ਦਾ ਜ਼ਿੰਦਾ ਤੋੜਿਆ ਤੇ ਉਸ ਨੇ ਜੋ ਦੇਖਿਆ, ਉਹ ਜ਼ਮੀਨ ਤੇ ਗਿਰ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ, ਕਿਉਂਕਿ ਸਾਹਮਣੇ ਰੇਖਾ ਜੀ ਦੇ ਸਰੀਰ ਕੰਕਾਲ ਬਣਿਆ ਹੋਇਆ ਸੀ, ਜਿਵੇਂ ਉਹ ਆਪਣੇ ਪੁੱਤ ਨੂੰ ਉਡੀਕ ਰਹੀ ਹੋਵੇ। ਰੋਹਨ ਮਾਫ਼ੀ ਮੰਗ ਰਿਹਾ ਸੀ ਕਿ ਮਾਂ, ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗੁਨਾਹ ਹੋ ਗਿਆ, ਮੈਨੂੰ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਹੁਣ ਉਹ ਬਹੁਤ ਪਛਤਾ ਰਿਹਾ ਸੀ, ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ ਸੀ। ਸਾਨੂੰ ਜਿਉਂਦੇ ਇਨਸਾਨ ਦੀ ਕਦਰ ਤੇ ਸੇਵਾ ਕਰਨੀ ਚਾਹੀਦੀ ਹੈ। ਬਾਅਦ ਵਿੱਚ ਪਛਤਾਉਣ ਦਾ ਕੀ ਫਾਇਦਾ। ਜੋ ਹੋ ਗਿਆ ਜਾਂ ਹੱਥੋਂ ਨਿਕਲ ਗਿਆ, ਉਹ ਮੁੜ ਹੱਥ ਨਹੀਂ ਆਉਂਦਾ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫੇਰ ਮਿਲਾਂਗੇ ਇੱਕ ਨਵੀਂ ਜੀ ਕਹਾਣੀ ਨਾਲ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।